ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 30 ਮਾਰਚ ਸੰਨ 1699 ਕਲਗੀਧਰ ਪਿਤਾ ਸਤਿਗੁਰੂ ਪਾਤਸ਼ਾਹ ਜੀ ਨੇ ਆਨੰਦਪੁਰ ਦੀ ਧਰਤੀ ਦੇ ਉੱਤੇ 80,000 ਦੇ ਭਾਰੀ ਇਕੱਠ ਵਿੱਚ ਇੱਕ ਸੀਸ ਦੀ ਮੰਗ ਕੀਤੀ। ਕੁਝ ਸਮੇਂ ਬਾਅਦ ਭਾਈ ਦਇਆ ਰਾਮ, ਜੋ ਕਿ ਲਾਹੌਰ ਦੇ ਰਹਿਣ ਵਾਲੇ ਨੇ, ਉਹਨਾਂ ਨੇ ਆਪਣਾ ਸੀਸ ਗੁਰੂ ਮਹਾਰਾਜ ਨੂੰ ਦਿੱਤਾ। ਇਸ ਤਰ੍ਹਾਂ ਹੀ ਫਿਰ ਭਾਈ ਧਰਮ ਚੰਦ, ਮੁਕਮ ਚੰਦ, ਸਾਹਿਬ ਚੰਦ, ਹਿੰਮਤ ਰਾਏ, ਇਹਨਾਂ ਪੰਜਾਂ ਨੇ ਵਾਰੀ-ਵਾਰੀ ਆਪਣੇ ਸੀਸ ਗੁਰੂ ਅੱਗੇ ਭੇਟ ਕਰ ਦਿੱਤੇ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਆਪਣਾ ਰੂਪ ਦਿੱਤਾ, ਆਪਣਾ ਬਾਣਾ ਦਿੱਤਾ, ਆਪਣੇ ਵਰਗਾ ਪਹਿਰਾਵਾ ਦਿੱਤਾ। ਇਸ ਕੌਤਕ ਨੂੰ ਵੇਖ ਕੇ ਬੇਅੰਤ ਫਿਰ ਹੋਰ ਉੱਠ ਖਲੋਤੇ ਵੀ ਸਤਿਗੁਰ ਸ਼ਾਇਦ ਹੁਣ ਫਿਰ ਇੱਕ ਸੀਸ ਦੀ ਮੰਗ ਕਰਨਗੇ। ਪਹਿਲਾਂ ਤੇ ਕਈ ਡਰ ਗਏ, ਘਬਰਾ ਗਏ। ਉਹਨਾਂ ਪੰਜਾਂ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਜਦੋਂ ਸੀਸ ਦੇ ਦਿੱਤਾ, ਉਸ ਤੋਂ ਬਾਅਦ ਫਿਰ ਉਹਨਾਂ ਨੂੰ ਸ਼ਾਇਦ ਪਛਤਾਵਾ ਵੀ ਹੋਇਆ ਵੀ ਅਸੀਂ ਕਿਉਂ ਨਹੀਂ ਸੀਸ ਦਿੱਤਾ, ਵੀ ਗੁਰੂ ਨੇ ਤੇ ਆਵਾਜ਼ ਮਾਰੀ ਸੀ। ਹੁਣ ਕਈ ਵਾਰੀ ਕੀ ਹੁੰਦਾ ਹੈ, ਮੁਸ਼ਕਲ ਦੀ ਘੜੀ ਦੇ ਵਿੱਚ ਸਾਰੇ ਕੰਮ ਨਹੀਂ ਆਇਆ ਕਰਦੇ, ਕੋਈ ਵਿਰਲੇ ਹੀ ਸਾਥ ਨਿਭਾਇਆ ਕਰਦੇ ਨੇ। ਹਾਂ, ਪਰ ਜਦੋਂ ਕਦੀ ਸੌਖਾ ਵੇਲਾ ਹੋਵੇ ਫਿਰ ਸਾਰੇ ਹੀ ਨਾਲ ਆ ਖਲੋਂਦੇ ਨੇ। ਹੁਣ ਜਦੋਂ ਸੀਸ ਦੇਣ ਦੀ ਗੱਲ ਆਈ ਉਦੋਂ ਤੇ ਵਿਰਲੇ ਹੀ ਨਿਤਰੇ ਪੰਜ, ਪਰ ਜਦੋਂ ਉਹਨਾਂ ਦੇ ਰੂਪ ਨੂੰ ਵੇਖਿਆ ਕਿ ਗੁਰੂ ਨੇ ਇਹਨਾਂ ਨੂੰ ਕਿੰਨਾ ਸੋਹਣਾ ਬਾਣਾ ਦਿੱਤਾ ਹੈ, ਕਿੰਨਾ ਸੋਹਣਾ ਸਰੂਪ ਦਿੱਤਾ ਹੈ, ਉਹਨੂੰ ਵੇਖ ਕੇ ਉਹਨਾਂ ਅੰਦਰ ਵੀ ਲਾਲਸਾ ਪੈਦਾ ਹੋ ਗਈ ਵੀ ਅਸੀਂ ਕਿਉਂ ਨਾ ਗਏ। ਹੁਣ ਇਹ ਤਾਂ ਆਮ ਆਪਾਂ ਸਮਾਜ ਦੇ ਵਿੱਚ ਵੇਖਦੇ ਹਾਂ। ਅੱਜ ਵੀ ਜਦੋਂ ਕੋਈ ਭੀੜ ਪੈਂਦੀ ਹੈ, ਮੁਸ਼ਕਲ ਵੇਲਾ ਆਉਂਦਾ ਹੈ ਤੇ ਕੋਈ ਨਹੀਂ ਸਾਥ ਦਿੰਦਾ। ਹਾਂ, ਜਦੋਂ ਕਦੀ ਕੋਈ ਸਰੋਪਾ ਲੈਣਾ ਹੋਵੇ, ਕੋਈ ਮਾਨ ਵਡਿਆਈ ਲੈਣੀ, ਫਿਰ ਭੱਜ ਕੇ ਸਟੇਜ 'ਤੇ ਆ ਜਾਂਦੇ ਨੇ, ਸਾਨੂੰ ਵੀ ਦਿਓ, ਸਾਨੂੰ ਵੀ ਦਿਓ। ਪਰ ਮੁਸ਼ਕਲ ਦੀ ਘੜੀ ਵਿੱਚ ਕੋਈ ਸਾਥ ਨਹੀਂ ਦਿੰਦਾ। ਹੁਣ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਨੇ ਆਖਿਆ ਵੀ ਮੁਬਾਰਕ ਹੈ ਹੁਣ ਤੁਹਾਡਾ ਆਉਣਾ, ਪਰ ਮੈਨੂੰ ਪੰਜਾਂ ਦੀ ਹੀ ਲੋੜ ਸੀ। ਪੰਜਾਂ ਦੇ ਵਿੱਚ ਵੀ ਇੱਕ ਵੱਖਰੀ ਗੱਲਬਾਤ ਹੈ। ਇੱਕ ਕੁਦਰਤ ਦੇ ਵਿੱਚ ਹੀ ਇੱਕ ਖੇਡ ਵਰਤੀ ਹੈ। 5 ਤੱਤਾਂ ਤੋਂ ਸਰੀਰ ਬਣਿਆ ਹੈ, 5 ਤੱਤਾਂ ਤੋਂ ਇਹ ਸੰਸਾਰ ਦੀ ਰਚਨਾ ਹੋਈ। 5 ਨਵਾਜ਼ਾਂ ਨੇ। ਇਸ ਤਰ੍ਹਾਂ ਹੋਰ ਤੁਸੀਂ ਵੇਖੋਗੇ ਸੰਸਾਰ ਦੇ ਅੰਦਰ 5 ਹੀ ਬੰਦੇ ਅੰਦਰ ਅਵਗੁਣ ਨੇ, 5 ਗੁਣ ਨੇ। ਪੰਜਾਂ ਵਿੱਚ ਪਰਮੇਸ਼ਰ ਦਾ ਵਾਸ ਹੁੰਦਾ ਏ। 5 ਹੀ ਆਪਾਂ ਵੇਖਦੇ ਹਾਂ ਪੁਰਾਣੇ ਸਮਿਆਂ ਵਿੱਚ ਪੰਚਾਇਤ ਦੇ ਵਿੱਚ ਪੰਚ ਜਿਹੜੇ ਹਨ, 5 ਮਨੁੱਖ ਫੈਸਲੇ ਸੁਣਾਇਆ ਕਰਦੇ ਸਨ। ਤਾਂ ਇਹ ਪੰਜਾਂ ਦਾ ਜਿਹੜਾ ਹਿਸਾਬ ਕਿਤਾਬ ਹੈ ਬਹੁਤ ਪੁਰਾਣਾ ਚੱਲਿਆ ਆ ਰਿਹਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 5 ਸੀਸ ਲੈ ਕੇ ਉਹਨਾਂ ਪੰਜਾਂ ਨੂੰ 9 ਪਰ 9 ਤਿਆਰ ਕਰਕੇ ਗੁਰੂ ਪਾਤਸ਼ਾਹ ਜੀ ਨੇ ਅਗਲੇ ਦਿਨ ਦੀ ਉਡੀਕ ਕੀਤੀ। ਜਿੱਦਣ 1 ਅਪ੍ਰੈਲ ਦਿਨ ਚੜ੍ਹਿਆ, ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਪੰਜਾਂ ਨੂੰ ਹੁਕਮ ਕੀਤਾ, ਕੇਸੀ ਇਸ਼ਨਾਨ ਕਰਕੇ ਕੇਸਗੜ੍ਹ ਦੀ ਪਾਵਨ ਧਰਤੀ 'ਤੇ ਤੁਸੀਂ ਪਹੁੰਚੋ। ਹੁਣ ਉਹ ਜਦੋਂ ਕੇਸਗੜ੍ਹ ਸਾਹਿਬ ਵਿਖੇ ਪਹੁੰਚੇ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਪੰਜਾਂ ਨੂੰ ਇੱਕ ਬਾਟੇ ਦੇ ਸਨਮੁਖ ਬਿਠਾਇਆ। ਉਹਦੇ ਵਿੱਚ ਪਤਾਸੇ ਪਾਏ ਗਏ, ਜਲ ਪਾਇਆ ਗਿਆ, 5 ਬਾਣੀਆਂ ਦੇ ਉੱਥੇ ਜਾਪ ਕੀਤੇ ਗਏ। 5 ਬਾਣੀਆਂ ਉਹਨਾਂ ਪੰਜਾਂ ਨੇ ਪੜ੍ਹੀਆਂ। ਪਹਿਲੀ ਬਾਣੀ ਪੜ੍ਹੀ ਜਪ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ
ਇਹਨਾਂ 5 ਬਾਣੀਆਂ ਤੋਂ ਵੀ ਸਿੱਖ ਨੂੰ ਬੜੀ ਵੱਡੀ ਸਿੱਖਿਆ ਦਿੱਤੀ ਹੈ। ਜਦੋਂ ਸਿੱਖ 5 ਬਾਣੀਆਂ ਪੜ੍ਹਦਾ ਹੈ ਨਾ, ਇਹਨਾਂ 5 ਬਾਣੀਆਂ ਦੇ ਵਿੱਚ ਵੀ ਬੜਾ ਵੱਡਾ ਰਾਜ਼ ਹੈ। 5 ਬਾਣੀਆਂ ਹੀ ਕਿਉਂ? ਸਭ ਤੋਂ ਪਹਿਲਾਂ ਮਹਾਰਾਜ ਨੇ ਆਖਿਆ ਜਪ ਬਾਣੀ ਪੜ੍ਹ, ਤੈਨੂੰ ਜਪਣ ਦੀ ਜਾਚ ਆਵੇ। ਤੇ ਜਪਿਆ ਕਿਵੇਂ ਜਾਂਦਾ? ਮੁਖ ਤੋਂ। ਪਹਿਲਾਂ ਤੂੰ ਜਪਣਾ ਸਿੱਖ। ਜਦੋਂ ਤੂੰ ਜਪੇਗਾ, ਜਪਦਿਆਂ ਜਪਦਿਆਂ ਇੱਕ ਦਿਨ ਤੇਰੀ ਅਵਸਥਾ ਐਸੀ ਬਣ ਜਾਵੇਗੀ, ਤੇਰੇ ਅੰਦਰੋਂ ਆਪੇ ਹੀ ਜਾਪ ਚੱਲੇਗਾ, ਫਿਰ ਜਪਣ ਦੀ ਲੋੜ ਨਹੀਂ। ਤੁਸੀਂ ਵੇਖਿਆ ਹੋਵੇਗਾ ਕਈ ਐਸੇ ਵੀ ਨਾਮ ਅਭਿਆਸੀ ਨੇ ਜਿਹੜੇ ਮੁਖ ਤੋਂ ਤੇ ਗੱਲਾਂ ਕਰਦੇ ਨੇ, ਅੰਦਰੋਂ ਮਨ ਕਰਕੇ ਉਹ ਨਾਮ ਜਪ ਰਹੇ ਹੁੰਦੇ ਨੇ। ਕਿਉਂਕਿ ਮਹਾਰਾਜ ਦੀ ਬਾਣੀ ਦਾ ਬਚਨ ਹੈ, ਗੁਰਮੁਖ ਰੋਮ ਰੋਮ ਹਰਿ ਧਿਆਵੈ। ਪਰ ਜਿਹਨੇ ਜਪਿਆ ਹੈ ਉਹ, ਜਿਹਨੇ ਜਪਿਆ ਨਹੀਂ ਉਹ ਜਾਪ ਤੱਕ ਨਹੀਂ ਪਹੁੰਚਿਆ। ਜਪਜੀ ਸਾਹਿਬ ਨੂੰ ਜਿਹਨੇ ਕਮਾ ਲਿਆ, ਜਿਹਨੂੰ ਜਪਣ ਦੀ ਜਾਚ ਆ ਗਈ। ਅੱਛਾ ਜਪਣਾ ਕੀ ਹੈ? ਮਹਾਰਾਜ ਨੇ ਆਖਿਆ ਇੱਕ ਓੰਕਾਰ, ਇੱਕ ਨੂੰ ਜਪਣਾ ਹੈ। ਏਕੋ ਜਪ ਏਕੋ ਸਾਹ ਲਾਹੇ, ਇੱਕੋ ਨੂੰ ਜਪ। ਇੱਕ ਦੀ ਸਿਫਤ ਸਲਾਹ ਕਰ, ਜਪ ਮਨ ਸਤਨਾਮ ਸਦਾ ਸਤਨਾਮ। ਸੱਚੇ ਨਾਮ ਨੂੰ ਸਦਾ ਜਪਿਆ ਕਰ। ਮਹਾਰਾਜ ਕੀ ਹੁੰਦਾ ਹੈ? ਹਾਲਤ ਪਾਲਤ ਮੁਖ ਉਜਲ ਹੋਈ ਹੈ। ਲੋਕ ਪਰਲੋਕ ਵਿੱਚ ਤੇਰਾ ਮੁਖ ਉਜਲਾ ਹੋ ਜਾਵੇਗਾ। ਮਹਾਰਾਜ ਆਖਦੇ ਨੇ ਲੋਕ ਪਰਲੋਕ ਤੇਰਾ ਸਵਰ ਜਾਵੇਗਾ ਜੇ ਤੂੰ ਇੱਕ ਨੂੰ ਜਪੇਗਾ। ਤਾਂ ਮਹਾਰਾਜ ਆਖਦੇ ਨੇ ਪਹਿਲਾਂ ਜਪ। ਜਪਦਿਆਂ ਜਪਦਿਆਂ ਇੱਕ ਦਿਨ ਜਾਪ ਤੱਕ ਪਹੁੰਚ ਜਾਵੇਂਗਾ। ਜਿੱਦਣ ਤੂੰ ਜਾਪ ਤੱਕ ਪਹੁੰਚ ਗਿਆ, ਤੇਰੇ ਅੰਦਰ ਸਵਈਏ ਵੈਰਾਗ ਪੈਦਾ ਹੋ ਜਾਵੇਗਾ। ਵੈਰਾਗ ਕਾਹਦਾ? ਹੁਣ ਸਵਈਏ ਦੀ ਬਾਣੀ ਪੜ੍ਹ ਕੇ ਵੇਖੋ, ਮਹਾਰਾਜ ਨੇ ਉਹਦੇ ਵਿੱਚ ਆਖਿਆ ਵੱਡੇ ਵੱਡੇ ਤਪਸਵੀ ਸੰਨਿਆਸੀ, ਵੱਡੇ ਵੱਡੇ ਜੋਗੀ, ਸਾਧਨਾ ਕਰਨ ਵਾਲੇ, ਜੇ ਉਹ ਕੇਵਲ ਹੰਕਾਰ ਆਪਣੇ ਅੰਦਰ ਪੈਦਾ ਕਰ ਲੈਂਦੇ ਨੇ ਤੇ ਉਹ ਪਰਮਾਤਮਾ ਪਰਮੇਸ਼ਰ ਨੂੰ ਸਮਝਦੇ ਨਹੀਂ, ਤਾਂ ਸਮਝੋ ਐਸੇ ਮਨੁੱਖ ਕੀਤੀ ਹੋਈ ਸਾਧਨਾ ਜਿਹੜੀ ਵਿਅਰਥ ਚਲੀ ਜਾਂਦੀ। ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ। ਰਤੀ ਇੱਕ ਤੋਲ ਦਾ ਜਿਹੜਾ ਹੈ ਢੰਗ ਹੈ। ਸਭ ਤੋਂ ਜਿਹੜਾ ਛੋਟਾ ਤੋਲ ਹੈ ਉਹ ਹੈ ਰੱਤੀ। ਇਸ ਤੋਂ ਅੱਗੇ ਫਿਰ ਵਜਨ ਵੱਧਦਾ ਜਾਂਦਾ ਹੈ ਰੱਤੀ ਤੋਂ। ਪੁਰਾਣੇ ਸਮਿਆਂ ਵਿੱਚ 1 ਰੱਤੀ, 2 ਰੱਤੀ, 4 ਰੱਤੀ, ਇਹ ਤੋਲ ਦਾ ਇੱਕ ਪੈਮਾਨਾ ਹੁੰਦਾ ਸੀ। ਗੁਰੂ ਪਿਆਰ ਵਾਲਿਓ, ਮਹਾਰਾਜ ਨੇ ਆਖਿਆ ਉਹ 1 ਰੱਤੀ ਦੇ ਵੀ ਨਹੀਂ। ਜਿਹੜੇ ਦੁਨੀਆ ਦਾ ਰਾਜ ਭਾਗ, ਸੰਸਾਰ ਦੀ ਧਨ ਦੌਲਤ ਇਕੱਠੀ ਕਰ ਲਈ, ਪਰ ਉਹ ਪਰਮਾਤਮਾ ਪਰਮੇਸ਼ਰ ਦਾ ਭੇਦ ਨਹੀਂ ਪਾ ਸਕੇ। ਭਾਵ ਉਹ ਪਰਮਾਤਮਾ ਨਾਲ ਨਹੀਂ ਜੁੜ ਸਕੇ, ਨਾਮ ਨਹੀਂ ਜਪ ਸਕੇ। ਤਾਂ ਉਹਨਾਂ ਮਨੁੱਖਾਂ ਅੰਦਰ ਜਿਹੜੇ ਜਪ ਕੇ ਜਾਪ ਤੱਕ ਪਹੁੰਚਦੇ ਨੇ, ਵੈਰਾਗ ਪੈਦਾ ਹੋ ਜਾਂਦਾ ਹੈ। ਤੇ ਉਸੇ ਹੀ ਵੈਰਾਗ ਦੇ ਵਿੱਚੋਂ ਫਿਰ ਚੌਪਈ ਸਾਹਿਬ ਦਾ ਜਨਮ ਹੁੰਦਾ ਏ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਫਿਰ ਪਤਾ ਲੱਗ ਜਾਂਦਾ ਜਦੋਂ ਵੈਰਾਗ ਆਉਂਦਾ ਹੈ ਨਾ, ਕਿ ਉਹ ਮਾਲਕ ਤਾਂ ਘਟ ਘਟ ਵਿੱਚ ਵਸਦਾ ਹੈ। ਸਭਨਾਂ ਵਿੱਚ ਇੱਕ ਅਕਾਲ ਪੁਰਖ ਦਾ ਵਾਸ ਹੈ। ਸਾਰੀ ਕਾਇਨਾਤ ਵਿੱਚ ਉਹਦਾ ਵਾਸਾ ਹੈ, ਉਹਦੇ ਤੋਂ ਬਿਨਾਂ ਹੋਰ ਕੋਈ ਨਹੀਂ। ਸਭਨਾਂ ਵਿੱਚ ਉਸ ਦੀ ਜੋਤ ਹੈ, ਸਭ ਵਿੱਚ ਉਸ ਦੀ ਜੋਤ ਦਾ ਚਾਨਣ ਹੋ ਰਿਹਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਰੋਜ਼ ਹੀ ਆਖਦੇ ਨੇ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਮਹਾਰਾਜ ਸਾਨੂੰ ਤੇ ਚਾਨਣ ਨਜ਼ਰ ਨਹੀਂ ਆਉਂਦਾ, ਸਾਨੂੰ ਤੇਰੀ ਜੋਤ ਨਜ਼ਰ ਨਹੀਂ ਆਉਂਦੀ। ਤੇ ਮਹਾਰਾਜ ਆਖਦੇ ਨੇ, ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਨੂੰ ਜਿਉਣਾ ਸ਼ੁਰੂ ਕਰ ਦੇ, ਇੱਕ ਦਿਨ ਤੇਰੇ ਅੰਦਰ ਉਹ ਦੀਵਾ ਜਿਹੜਾ ਹੈ, ਜੋਤ ਜਿਹੜੀ ਹੈ ਉਹ ਪ੍ਰਗਟ ਹੋ ਜਾਵੇਗੀ। ਹੈ ਤੇਰੇ ਅੰਦਰ ਵੀ। ਬਾਬਾ ਕਬੀਰ ਜੀ ਨੇ ਬੜਾ ਪਿਆਰਾ ਮਨੁੱਖ ਨੂੰ ਸਮਝਾਇਆ ਕਿ ਭਲਿਆ ਤੇਰੇ ਅੰਦਰ ਵੀ ਇੱਕ ਦੀਵਾ ਹੈ, ਉਹ ਬਲਣਾ ਚਾਹੀਦਾ ਹੈ, ਪਰ ਉਹ ਬਲੇਗਾ ਗਿਆਨ ਦੇ ਰਾਹੀਂ। ਅੰਧਿਆਰੇ ਦੀਪਕ ਚਹੀਐ, ਇੱਕ ਬਸਤ ਅਗੋਚਰ ਲਹੀਐ, ਬਸਤ ਅਗੋਚਰ ਪਾਈ, ਘਟ ਦੀਪਕ ਰਿਆ ਸਮਾਈ।
ਕਹਿਣ ਲੱਗੇ ਫਿਰ ਉਹ ਰੌਸ਼ਨੀ ਤੇਰੇ ਅੰਦਰ ਹੋ ਜਾਵੇਗੀ ਗਿਆਨ ਦੀ, ਫਿਰ ਉਹ ਜਿਹੜਾ ਦੀਵਾ ਹੈ ਕਦੀ ਬੁਝੇਗਾ ਨਹੀਂ, ਫਿਰ ਤੂੰ ਗੁਰੂ ਦੇ ਅਨੁਸਾਰ ਜੀਵਨ ਨੂੰ ਬਤੀਤ ਕਰੇਗਾ। ਤਾਂ ਇਸ ਗੱਲ ਦੀ ਸੋਝੀ ਹੋ ਜਾਂਦੀ ਵੀ ਪਰਮਾਤਮਾ ਹਰ ਜਗ੍ਹਾ 'ਤੇ ਹਰ ਜ਼ਰੇ ਜ਼ਰੇ ਵਿੱਚ ਸਮਾਇਆ ਹੋਇਆ ਹੈ, ਮਾਲਕ ਦੀ ਜੋਤ ਸਭਨਾਂ ਵਿੱਚ ਹੈ। ਔਰ ਜਦੋਂ ਇਸ ਚੀਜ਼ ਦੀ ਸਮਝ ਆ ਗਈ ਫਿਰ ਮਹਾਰਾਜ ਨੇ ਫਿਰ ਮਨੁੱਖ ਪਹੁੰਚਦਾ ਆਨੰਦ ਵਿੱਚ। ਜੋਤ ਨਾਲ ਜੁੜੇਗਾ ਅਤੇ ਆਨੰਦ ਦੇ ਸੋਮੇ ਨਾਲ ਜੁੜਿਆ ਹੀ ਆਨੰਦ ਮਿਲਣਾ ਹੈ। ਬਿਨਾਂ ਹੁਣ ਮੰਨ ਲਓ ਵੀ ਆਪਾਂ ਕਿਸੇ ਜਗ੍ਹਾ 'ਤੇ ਗਏ ਹਾਂ, ਮੰਨ ਲਓ ਸ਼੍ਰੀ ਹਰਿਮੰਦਰ ਸਾਹਿਬ ਗਏ ਹਾਂ, ਅਤੇ ਕਈ ਸੱਜਣ ਇਹ ਆਖਦੇ ਨੇ ਵੀ ਸਾਨੂੰ ਉੱਥੇ ਜਾਇਆ ਬੜੀ ਸ਼ਾਂਤੀ ਮਿਲਦੀ ਹੈ, ਬੜਾ ਆਨੰਦ ਮਿਲਦਾ ਹੈ, ਬੜਾ ਰਸ ਆਉਂਦਾ ਹੈ। ਕਿਉਂ? ਕਿਉਂਕਿ ਹੈ ਹੀ ਉੱਥੇ ਆਨੰਦ ਦਾ ਸੋਮਾ ਹੈ। ਜਿੱਥੇ ਆਨੰਦ ਦੀ ਵਰਖਾ ਹੋ ਰਹੀ ਹੈ ਪਹਿਲਾਂ ਹੀ ਸੁਭਾਵਿਕ ਗੱਲ ਹੈ ਉੱਥੋਂ ਆਨੰਦ ਪ੍ਰਾਪਤ ਹੋਵੇਗਾ। ਜਿਹੜਾ ਮਨੁੱਖ ਵਾਕਈ ਅੰਦਰੋਂ ਆਨੰਦਿਤ ਹੈ ਉਹਦੇ ਕੋਲ ਬੈਠ ਕੇ ਵੇਖੋ, ਤੁਹਾਨੂੰ ਕੁਦਰਤੀ ਉਹਦੇ ਅੰਦਰੋਂ ਜਿਹੜੀਆਂ ਤਰੰਗਾਂ ਨੇ ਉਹ ਤੁਹਾਨੂੰ ਆਨੰਦ ਮਹਿਸੂਸ ਕਰਾਉਣਗੀਆਂ। ਅਤੇ ਜਿਹੜਾ ਬੰਦਾ ਆਪ ਅੰਦਰੋਂ ਕਲਪਿਆ ਹੋਇਆ ਦੁਖੀ ਹੈ ਉਹ ਮਨੁੱਖ ਤੁਹਾਨੂੰ ਕੀ ਦੇ ਸਕਦਾ ਹੈ? ਇਹੀ ਕਾਰਨ ਹੈ ਕਿ ਗੁਰੂ ਮਹਾਰਾਜ ਦੀ ਬਾਣੀ ਦੇ ਵਿੱਚ ਆਨੰਦ ਹੀ ਆਨੰਦ ਹੈ, ਖੇੜਾ ਹੀ ਖੇੜਾ ਹੈ। ਜਦੋਂ ਆਪਾਂ ਪਿਆਰ ਨਾਲ ਪੜ੍ਹਦੇ ਹਾਂ, ਸੁਣਦੇ ਹਾਂ, ਅੰਦਰ ਇੱਕ ਸ਼ਾਂਤੀ ਜੀ ਪੈਦਾ ਹੁੰਦੀ ਹੈ, ਇੱਕ ਟਿਕਾਅ ਪੈਦਾ ਹੋ ਜਾਂਦਾ ਹੈ, ਖੇੜਾ ਜਿਹਾ ਪੈਦਾ ਹੋ ਜਾਂਦਾ ਹੈ। ਇਹੀ ਕਾਰਨ ਹੈ ਮਹਾਰਾਜ ਆਦਿ ਨੇ ਜਪ ਕੇ ਜਾਪ ਤੇ ਸਵਈਏ ਵੈਰਾਗ, ਤੇ ਫਿਰ ਚੌਪਈ ਸਾਹਿਬ ਵੀ ਮਾਲਕ ਹਰ ਜ਼ਰੇ ਵਿੱਚ ਸਮਾਇਆ ਹੋਇਆ ਹੈ, ਇੱਕ ਰਸ ਸਭਨਾਂ ਵਿੱਚ ਵਰਤ ਰਿਹਾ ਹੈ। ਬਸ ਉਸ ਦਿਨ ਤੈਨੂੰ ਆਨੰਦ ਦੀ ਸਮਝ ਆ ਜਾਵੇਗੀ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਆਨੰਦ ਤੱਕ ਪਹੁੰਚਣਾ, ਆਨੰਦ ਤੱਕ ਪਹੁੰਚਣਾ ਹੀ ਬੜੀ ਵੱਡੀ ਖੇਡ ਹੈ। ਕਈ ਤੇ ਸਾਰੀ ਜ਼ਿੰਦਗੀ ਜਪ ਤੱਕ ਹੀ ਨਹੀਂ ਪਹੁੰਚ ਪਾਉਂਦੇ, ਜਪਣਾ ਹੀ ਨਹੀਂ ਆਉਂਦਾ, ਉਹ ਜਪ ਤੱਕ ਹੀ ਪਹੁੰਚਣਗੇ। ਇਹ ਵੀ 5 ਪੌੜੀਆਂ ਨੇ। ਮਹਾਰਾਜ ਨੇ 5 ਬਾਣੀਆਂ ਪੜ੍ਹਨ ਵਾਸਤੇ ਹੁਕਮ ਕੀਤਾ ਹੈ। ਉਹ 5 ਸਿੱਖ ਬਾਣੀ ਨੂੰ ਬੜੇ ਪਿਆਰ ਦੇ ਨਾਲ ਪੜ੍ਹਦੇ ਨੇ। ਜਦੋਂ 5 ਬਾਣੀਆਂ ਸਮਾਪਤ ਹੁੰਦੀਆਂ ਨੇ ਉਹ ਅੰਮ੍ਰਿਤ ਤਿਆਰ ਹੁੰਦਾ ਹੈ ਖੰਡੇ ਬਾਟੇ ਦਾ, ਫਿਰ ਉਹਨਾਂ 5 ਨੂੰ ਛਕਾਇਆ ਜਾਂਦਾ ਹੈ। ਜਦੋਂ ਉਹ ਅੰਮ੍ਰਿਤ ਛਕਾਇਆ, ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਦ੍ਰਿਸ਼ਟੀ ਰਹਿਮਤ ਕੀਤੀ। ਫਿਰ ਉਹਨਾਂ 5 ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ 4 ਰਹਿਤਾਂ ਵੀ ਦੱਸੀਆਂ ਨੇ। ਉਹ 4 ਰਹਿਤਾਂ ਵਿੱਚੋਂ ਪਹਿਲੀ ਰਹਿਤ ਜਿਹੜੀ ਸੀ ਪਰ ਇਸਤਰੀ ਪਰ ਪੁਰਖ ਦਾ ਗਮਨ, ਜਿਹੜਾ ਆਪਾਂ ਪਹਿਲਾਂ ਇਤਿਹਾਸ ਵਿੱਚ ਜ਼ਿਕਰ ਕਰਕੇ ਆਏ ਆ ਵੀ ਸਿੱਖਾਂ ਦੇ ਹੱਥ ਇੱਕ ਨੌਜਵਾਨ ਜਿਹੜੀ ਹੈ ਇਸਤਰੀ ਲੱਗੀ ਮੁਗਲਾਂ ਦੀ, ਅਤੇ ਸਿੱਖਾਂ ਨੇ ਆਖਿਆ ਵੀ ਸਤਿਗੁਰੂ ਅਸੀਂ ਵੀ ਬਦਲਾ ਲਈਏ ਜਿਵੇਂ ਇਹ ਲੈਂਦੇ ਨੇ। ਮਹਾਰਾਜ ਨੇ ਹਿਦਾਇਤ ਕੀਤੀ, ਨਹੀਂ ਭਾਈ, ਮੈਂ ਖਾਲਸੇ ਨੂੰ ਦੁਨੀਆ ਦੇ ਸਿਖਰ 'ਤੇ ਲੈ ਕੇ ਜਾਣਾ ਚਾਹੁੰਦਾ ਵਾਂ, ਇਹਨੂੰ ਖੱਡ ਵਿੱਚ ਨਹੀਂ ਸੁੱਟਣਾ ਚਾਹੁੰਦਾ। ਕੱਲ੍ਹ ਨੂੰ ਲੋਕ ਆਖਣਗੇ ਗੁਰੂ ਗੋਬਿੰਦ ਸਿੰਘ ਇਹੋ ਜਿਹਾ ਗੁਰੂ ਹੋਇਆ ਏ ਜਿਹਦੇ ਸਿੱਖ ਇਹੋ ਜਿਹੇ ਮਾੜੇ ਕੰਮ ਕਰਦੇ ਸਨ। ਔਰ ਕਮਾਲ ਦੀ ਗੱਲ ਹੈ, ਇਤਿਹਾਸ ਪੜ੍ਹ ਕੇ ਵੇਖੋ ਜਾਂ ਅੱਜ ਵੀ ਤੁਸੀਂ ਸਮਾਜ ਦੇ ਵਿੱਚ ਵੇਖੋ, ਤੁਹਾਨੂੰ ਕੋਈ ਸਿੱਖ ਐਸਾ ਨਜ਼ਰ ਨਹੀਂ ਆਵੇਗਾ ਜਿਹੜਾ ਕਿਸੇ ਦੀ ਧੀ ਭੈਣ ਨੂੰ ਉਹਦੀ ਪੱਤ ਨੂੰ ਹੱਥ ਪਾਉਂਦਾ ਹੋਵੇ। ਤੁਹਾਨੂੰ ਦੁਨੀਆ ਵਿੱਚ ਕੋਈ ਐਸਾ, ਅੱਜ ਸਾਡੇ ਸਮਾਜ ਦੇ ਵਿੱਚ ਧਰਮ ਮੰਦਰਾਂ ਦੇ ਵਿੱਚ ਲੋਕੀ ਨਹੀਂ ਬਖਸ਼ਦੇ ਧੀਆਂ ਬੱਚੀਆਂ ਨੂੰ, ਉਹ ਡਰਦੀਆਂ ਘਬਰਾਉਂਦੀਆਂ ਨੇ ਧਰਮ ਮੰਦਰਾਂ ਵਿੱਚ ਜਾਣ ਲੱਗਿਆਂ। ਇਹੋ ਜਿਹੇ ਜ਼ੁਲਮੀ ਪਾਪੀ ਬਿਰਤੀ ਦੇ ਲੋਕ ਵੀ ਸਾਡੇ ਸਮਾਜ ਵਿੱਚ ਨੇ। ਜੇ ਧਰਮ ਮੰਦਰਾਂ ਵਿੱਚ ਜਾਣ ਲੱਗਿਆਂ ਕੋਈ ਧੀ ਬੱਚੀ ਡਰਦੀ ਹੈ ਤੇ ਫਿਰ ਆਮ ਸਮਾਜ ਦੇ ਵਿੱਚ ਉਹ ਕਿਵੇਂ ਜਾ ਸਕਦੀ ਹੈ? ਜਿਹੜੇ ਕਾਨੂੰਨ ਵੀ ਬਣਾਏ ਗਏ ਉਹ ਵੀ ਕੇਵਲ ਨਾ ਮਾਤਰ ਕਾਨੂੰਨ ਬਣਾਏ ਗਏ। ਇੱਥੇ ਕਾਨੂੰਨ ਬਣਾਉਣ ਵਾਲੇ ਵੀ ਮਨੁੱਖ ਜਿਹੜੇ ਨੇ ਉਹ ਵੀ ਇਹੋ ਜਿਹੇ ਕੁਕਰਮ ਕਰਦੇ ਫੜੇ ਜਾਂਦੇ ਨੇ, ਅੱਜ ਸਮਾਜ ਵਿੱਚ ਵੇਖੇ ਜਾਂਦੇ ਨੇ। ਇਹ ਤੇ ਧੰਨ ਕਲਗੀਧਰ ਮਹਾਰਾਜ ਪਿਤਾ ਜੀ ਜਿਨ੍ਹਾਂ ਨੇ ਅਪਾਰ ਕਿਰਪਾ ਕੀਤੀ ਗੁਰੂ ਪਿਆਰ ਵਾਲਿਓ, ਕਿ ਉਹਨਾਂ ਨੇ ਜਿੱਥੇ 4 ਕੁਰੈਤਾਂ, ਉਹਨਾਂ ਵਿੱਚੋਂ ਇੱਕ ਇਹ ਕੁਰੈਤ ਦੱਸੀ, ਭਾਈ ਮੇਰਾ ਉਹ ਸਿੱਖ ਨਹੀਂ ਜਿਹੜਾ ਪਰਾਏ ਤਨ 'ਤੇ ਨਜ਼ਰ ਰੱਖੇਗਾ, ਮੇਰਾ ਸਿੱਖ ਨਹੀਂ ਹੋ ਸਕਦਾ ਉਹ।
ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਖਤ ਤਾੜਨਾ ਕਰਤੀ। ਅੱਜ ਤੇ ਸਾਡੇ ਸਮਾਜ ਦੇ ਵਿੱਚ ਇਹਨੂੰ ਇੱਕ ਬੜਾ ਵੱਡਾ ਰੋਗ ਵੀ ਦੱਸ ਦਿੱਤਾ ਹੈ, ਇੱਕ ਬਿਮਾਰੀ ਦੱਸ ਦਿੱਤੀ ਹੈ। ਕਿੰਨੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਸਮਾਜ ਦੇ ਵਿੱਚ ਜਦੋਂ ਕੋਈ ਮਨੁੱਖ ਇਸ ਕੁਕਰਮ ਦਾ ਭਾਗੀ ਬਣ ਜਾਂਦਾ ਹੈ। ਸਿੱਖ ਨੂੰ ਮਹਾਰਾਜ ਨੇ ਸੁਚੇਤ ਕਰ ਦਿੱਤਾ, ਨਹੀਂ ਭਾਈ ਤੂੰ ਇਸ ਗੁਨਾਹ ਦੇ ਵਿੱਚ ਸ਼ਾਮਲ ਨਹੀਂ ਹੋਣਾ, ਇਸ ਕੁਕਰਮ ਦੇ ਵਿੱਚ, ਇਸ ਕੁਰੈਤ ਨੂੰ ਤੂੰ ਅਪਣਾਉਣਾ ਨਹੀਂ, ਇਹਦੇ ਤੋਂ ਦੂਰ ਰਹਿਣਾ ਹੈ। ਹੁਣ ਕਿੰਨੇ ਸਾਲ ਪਹਿਲਾਂ ਮਹਾਰਾਜ ਨੇ ਇਹ ਹੁਕਮ ਕੀਤਾ ਸੀ, ਤੇ ਅੱਜ ਤੁਸੀਂ ਵੇਖੋ ਜਿਹੜੀ ਵੱਡੀਆਂ ਵੱਡੀਆਂ ਸੰਸਥਾ ਨੇ, WHO, ਉਹ ਵੀ ਇਸ ਗੱਲ 'ਤੇ ਮੋਹਰ ਲਾਉਂਦੀਆਂ ਨੇ। ਉਹ ਆਖਦੀਆਂ ਨੇ ਵੀ ਜਿਹੜੀਆਂ ਏਡਸ ਵਰਗੀਆਂ ਜਾਂ ਹੋਰ ਭਿਆਨਕ ਬਿਮਾਰੀਆਂ ਜਿਹੜੀਆਂ ਸਾਡੇ ਸਮਾਜ ਵਿੱਚ ਵੱਧ ਰਹੀਆਂ ਨੇ, ਜਿਹੜੀਆਂ ਕੋੜ ਦਾ ਰੂਪ ਧਾਰਨ ਕਰ ਚੁੱਕੀਆਂ ਨੇ, ਇਹਨਾਂ ਤੋਂ ਗੁਰੂ ਮਹਾਰਾਜ ਨੇ ਕਿੰਨੇ ਸਾਲ ਪਹਿਲਾਂ ਹੀ ਵਰਜ ਦਿੱਤਾ ਸੀ। ਕਿੰਨੀ ਦੂਰ ਅੰਦੇਸ਼ੀ, ਕਿੰਨੀ ਉੱਚੀ ਸੋਚ ਦੇ ਮਾਲਕ ਸਨ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਨੇ ਇਸ ਭੈੜੀ ਬਿਮਾਰੀ ਤੋਂ ਸਾਨੂੰ ਬਚਾ ਲਿਆ। ਮਹਾਰਾਜ ਨੇ ਆਖਿਆ, ਭਾਈ ਪਰ ਬੇਟੀ ਕੋ ਬੇਟੀ ਜਾਣੈ, ਪਰ ਇਸਤਰੀ ਕੋ ਮਾਤ ਬਖਾਨੈ। ਬੜੀ ਪਿਆਰੀ ਮਹਾਰਾਜ ਨੇ ਸਿੱਖਿਆ ਦਿੱਤੀ, ਰਹਿਤਨਾਮਿਆਂ ਵਿੱਚ ਆਉਂਦਾ ਹੈ, ਪਰ ਬੇਟੀ ਕੋ ਬੇਟੀ ਜਾਣੈ, ਪਰ ਇਸਤਰੀ ਕੋ ਮਾਤ ਬਖਾਨੈ। ਆਪਣੀ ਇਸਤਰੀ ਸੇ ਰਤ ਹੋਈ, ਰਹਿਤਵਾਨ ਗੁਰ ਕਾ ਸਿੱਖ ਸੋਈ। ਮਹਾਰਾਜ ਨੇ ਆਖਿਆ, ਕਿਸੇ ਦੀ ਧੀ ਨੂੰ ਵੇਖ ਕੇ ਤੈਨੂੰ ਆਪਣੀ ਧੀ ਨਜ਼ਰ ਆਉਣੀ ਚਾਹੀਦੀ ਹੈ, ਕਿਸੇ ਦੀ ਮਾਂ ਵੇਖ ਕੇ ਤੈਨੂੰ ਆਪਣੀ ਮਾਂ ਨਜ਼ਰ ਆਉਣੀ ਚਾਹੀਦੀ, ਕਿਸੇ ਦੀ ਭੈਣ ਤੈਨੂੰ ਆਪਣੀ ਭੈਣ ਨਜ਼ਰ ਆਉਣੀ ਚਾਹੀਦੀ। ਹੋਰ ਬੜਾ ਪਿਆਰਾ ਉਪਦੇਸ਼ ਦਿੱਤਾ, ਕਹਿਣ ਲੱਗੇ, ਤੇਰੇ ਤੋਂ ਛੋਟੀ ਉਹ ਧੀ ਜਾਣ, ਤੇਰੇ ਬਰਾਬਰ ਦੀ ਉਹਨੂੰ ਭੈਣ ਜਾਣ, ਤੇਰੇ ਤੋਂ ਵੱਡੀ ਉਹਨੂੰ ਮਾਂ ਜਾਣ। ਇਹ ਸਤਿਕਾਰ ਦੇ, ਕਿੰਨਾ ਪਿਆਰਾ ਸਤਿਕਾਰ ਇਸਤਰੀ ਜਾਤੀ ਨੂੰ ਦਿੱਤਾ ਗੁਰੂ ਮਹਾਰਾਜ ਨੇ। ਮੈਂ ਆਖਦਾ ਵੀ ਹਰ ਇੱਕ ਇਸਤਰੀ ਨੂੰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਰੋਜ਼ਾਨਾ ਉਹਨਾਂ ਦਾ ਸ਼ੁਕਰਾਨਾ ਕਰਨਾ ਚਾਹੀਦਾ। ਸ਼ੁਕਰ ਹੈ ਦਾਤਿਆ, ਤੂੰ ਇੰਨਾ ਉੱਚਾ ਦਰਜਾ ਸਾਨੂੰ ਦਿੱਤਾ ਹੈ, ਇੰਨਾ ਮਾਣ ਦਿੱਤਾ ਹੈ। ਹੁਣ ਜਿਹੜੀ ਗੱਲ ਇੱਕ ਪੁਰਸ਼ 'ਤੇ ਲਾਗੂ ਹੁੰਦੀ ਹੈ, ਇਹ ਨਹੀਂ ਵੀ ਇਸਤਰੀ 'ਤੇ ਲਾਗੂ ਨਹੀਂ ਹੁੰਦੀ, ਬਿਲਕੁਲ ਉਹਦੇ ਉਲਟ ਇਸਤਰੀ 'ਤੇ ਵੀ ਇਹ ਗੱਲ ਲਾਗੂ ਹੁੰਦੀ ਹੈ। ਉਹੀ ਇੱਕ ਧੀ ਬੱਚੀ 'ਤੇ ਵੀ ਗੱਲ ਲਾਗੂ ਹੁੰਦੀ ਹੈ। ਆਪਣੇ ਤੋਂ ਛੋਟੇ ਨੂੰ ਪੁੱਤਰ ਜਾਣ, ਆਪਣੇ ਤੋਂ ਬਰਾਬਰ ਦੇ ਨੂੰ ਭਰਾ ਜਾਣ, ਆਪਣੇ ਤੋਂ ਵੱਡੇ ਨੂੰ ਪਿਤਾ ਸਮਾਨ ਜਾਣ। ਭਾਈ ਗੁਰਦਾਸ ਜੀ ਨੇ ਬੜਾ ਪਿਆਰਾ ਬਚਨ ਇੱਕ ਆਖਿਆ, ਉਹ ਆਖਦੇ ਨੇ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਤੇਰਾ ਅਖਲਾਕ, ਤੇਰਾ ਕਿਰਦਾਰ ਇੰਨਾ ਉੱਚਾ ਹੋਵੇ। ਇੱਕ ਬੜੀ ਪਿਆਰੀ ਇਤਿਹਾਸ ਦੀ ਘਟਨਾ ਮੈਨੂੰ ਯਾਦ ਆਈ ਹੈ। ਸਰਦਾਰ ਹਰੀ ਸਿੰਘ ਨਲਵਾ ਬੜਾ ਮਹਾਨ ਸੂਰਮਾ ਯੋਧਾ ਹੋਇਆ, ਇੰਨਾ ਮਹਾਨ ਸੂਰਮਾ ਹੋਇਆ ਕਿ ਅਫਗਾਨ ਜਿਹੜੇ ਹਨ ਡਰਿਆ ਕਰਦੇ ਸਨ। ਮਾਵਾਂ ਕਹਿੰਦੀਆਂ ਹੁੰਦੀਆਂ ਸਨ, ਹਰੀਆ ਰਾਗਲੇ ਹਰੀਆ ਆ ਗਿਆ, ਹਰੀ ਸਿੰਘ ਨਲਵਾ ਆ ਗਿਆ, ਪੁੱਤ ਸੌਂ ਜਾ। ਤੇ ਜਿਹੜਾ ਪੁੱਤ ਰੋਂਦਾ ਸੀ ਉਹ ਵੀ ਚੁੱਪ ਹੋ ਜਾਂਦਾ ਸੀ ਹਰੀ ਸਿੰਘ ਦਾ ਨਾਂ ਸੁਣ ਕੇ। ਹੁਣ ਇਹਦਾ ਮਤਲਬ ਇਹ ਨਹੀਂ ਵੀ ਹਰੀ ਸਿੰਘ ਦੀ ਕੋਈ ਦਹਿਸ਼ਤ ਸੀ ਲੋਕਾਂ ਦੇ ਵਿੱਚ, ਵੀ ਉਹ ਕੋਈ ਗਲਤ ਕੰਮ ਕਰਨ ਵਾਲਾ ਸੀ, ਨਹੀਂ। ਹਰੀ ਸਿੰਘ ਨਲਵਾ ਜਿਹੜਾ ਗੁਰੂ ਪਿਆਰ ਵਾਲਿਓ, ਉਹਦਾ ਕਿਰਦਾਰ, ਉਹਦੀ ਸੋਚ ਬੜੀ ਉੱਚੀ ਸੀ। ਜੇ ਕੋਈ ਸਾਹਮਣੇ ਜ਼ਾਲਮ ਹੁੰਦਾ ਸੀ ਤੇ ਜ਼ਾਲਮ ਕੰਬਦਾ ਸੀ ਉਹਦੇ ਤੋਂ। ਬੁਰੀ ਨੀਤ, ਭੈੜੀ ਨੀਤ ਵਾਲੇ ਲੋਕ ਡਰਦੇ ਸਨ ਵੀ ਹਰੀ ਸਿੰਘ ਆ ਗਿਆ, ਇਹਨੇ ਸਾਨੂੰ ਛੱਡਣਾ ਨਹੀਂ। ਸਰਦਾਰ ਹਰੀ ਸਿੰਘ ਨਲਵਾ ਇੱਕ ਦਿਨ ਤੰਬੂ ਲਾਇਆ। ਅਫਗਾਨ ਦੀ ਧਰਤੀ ਦੀ ਇਹ ਘਟਨਾ ਹੈ। ਮੈਂ ਕਿਰਦਾਰ ਦਾ ਜ਼ਿਕਰ ਕਰਨਾ ਵੀ ਸਿੱਖ ਦਾ ਕਿਰਦਾਰ ਕਲਗੀਧਰ ਪਾਤਸ਼ਾਹ ਜੀ ਨੇ ਕਿਹੋ ਜਿਹਾ ਘੜਿਆ। ਸਰਦਾਰ ਹਰੀ ਸਿੰਘ ਨਲਵਾ ਤੰਬੂ ਵਿੱਚ ਆਪਣੇ ਆਰਾਮ ਪਿਆ ਕਰਦਾ ਹੈ। ਇੱਕ ਦਿਨ ਬਾਹਰ ਨੂੰ ਨਿਕਲਿਆ ਤੇ ਕੀ ਵੇਖਦਾ ਹੈ, ਇੱਕ ਨੌਜਵਾਨ ਬੱਚੀ, ਇੱਕ ਨੌਜਵਾਨ ਬੱਚਾ, ਉਹ ਰਸਤੇ ਦੇ ਵਿੱਚ ਲੱਗੇ ਜਾ ਰਹੇ ਨੇ। ਅਚਾਨਕ ਨਜ਼ਰ ਪੈ ਗਈ ਹਰੀ ਸਿੰਘ ਨਲਵੇ ਦੀ। ਉਹ ਬੱਚੀ ਡਰ ਗਈ, ਉਹ ਨੌਜਵਾਨ ਬੱਚਾ ਵੀ ਡਰ ਗਿਆ, ਘਬਰਾ ਗਿਆ। ਉਹ ਇੱਕਦਮ ਪਾਸੇ ਹਟ ਗਿਆ, ਦੂਰ ਹੋ ਗਿਆ, ਛਿਪ ਗਿਆ, ਭੱਜ ਕੇ ਵੀ ਹਰੀ ਸਿੰਘ ਆ ਗਿਆ, ਲੁਕ ਗਿਆ। ਉਹ ਬੱਚੀ ਵੀ ਜਿਹੜੀ ਹੈ ਲੁਕ ਗਈ। ਆਖਰ ਹਰੀ ਸਿੰਘ ਨਲਵਾ ਅੱਗੇ ਨਿਕਲ ਗਿਆ। ਜਦੋਂ ਵਾਪਸ ਆਪਣੇ ਤੰਬੂ ਵਿੱਚ ਪਹੁੰਚਿਆ, ਉਹ ਨੌਜਵਾਨ ਮੁਸਲਮਾਨ ਬੱਚੀ ਜਿਹੜੀ ਹੈ ਉਹ ਤੰਬੂ ਵਿੱਚ ਪਹੁੰਚ ਗਈ। ਜਦੋਂ ਪਹੁੰਚੀ
ਤੇ ਉਸ ਸਮੇਂ ਅੰਦਰ ਗਈ ਸਰਦਾਰ ਹਰੀ ਸਿੰਘ ਨਲਵੇ ਨੂੰ ਮਿਲਣ ਵਾਸਤੇ, ਪਰ ਬਾਹਰ ਜਿਹੜੇ ਸਿਪਾਹੀ ਖਲੋਤੇ, ਸਿੰਘ ਖਲੋਤੇ ਸਨ, ਉਹਨਾਂ ਅੰਦਰ ਨਾ ਜਾਣ ਦਿੱਤਾ। ਅੰਦਰੋਂ ਪਹਿਲਾਂ ਇਜਾਜ਼ਤ ਲੈ ਕੇ ਆਏ। ਸਰਦਾਰ ਹਰੀ ਸਿੰਘ ਨਲਵੇ ਨੇ ਆਖਿਆ ਵੀ ਆਉਣ ਦਿਓ। ਜਦੋਂ ਉਹ ਬੱਚੀ ਅੰਦਰ ਗਈ, ਉਹਦੇ ਸਿਰ ਦੇ ਉੱਤੇ ਚੁੰਨੀ ਸੀ। ਹੁਣ ਸਰਦਾਰ ਹਰੀ ਸਿੰਘ ਨਲਵੇ ਦੇ ਅੱਗੇ ਬੈਠ ਕੇ ਉਹਨੇ ਇੱਕ ਅਰਜ਼ ਆਖਦੀ ਏ ਵੀ ਮੈਂ ਅੱਜ ਤੱਕ ਇਹ ਸੁਣਿਆ ਹੈ ਵੀ ਗੁਰੂ ਨਾਨਕ ਦੇ ਦਰ ਤੇ ਜਿਹੜਾ ਕੋਈ ਆਉਂਦਾ ਕਦੀ ਖਾਲੀ ਨਹੀਂ ਜਾਂਦਾ। ਜਿਹੜਾ ਵੀ ਆਉਂਦਾ ਹੈ ਨਾ, ਉਹ ਕਦੀ ਖਾਲੀ ਨਹੀਂ ਜਾਂਦਾ। ਅੱਜ ਮੈਂ ਵੀ ਆਈ ਹਾਂ। ਤੇ ਸਰਦਾਰ ਹਰੀ ਸਿੰਘ ਨਲਵੇ ਨੇ ਆਖਿਆ ਵੀ ਦੱਸ ਤੈਨੂੰ ਕੀ ਚਾਹੀਦਾ। ਉਹਨੇ ਆਖਿਆ ਮੈਂ ਚਾਹੁੰਦੀ ਹਾਂ ਤੇਰੇ ਵਰਗਾ ਮਹਾਨ ਯੋਧਾ ਸੂਰਮਾ ਮੇਰੀ ਕੁੱਖ ਤੋਂ ਜਨਮ ਲਵੇ ਤੇ ਤੂੰ ਮੇਰੇ ਨਾਲ ਵਿਆਹ ਕਰਵਾ ਲੈ। ਸਰਦਾਰ ਹਰੀ ਸਿੰਘ ਨਲਵੇ ਨੇ ਆਖਿਆ ਇਹ ਨਹੀਂ ਹੋ ਸਕਦਾ, ਇਹ ਬਿਲਕੁਲ ਨਹੀਂ ਹੋ ਸਕਦਾ, ਮੇਰਾ ਗੁਰੂ ਇਹ ਇਜਾਜ਼ਤ ਨਹੀਂ ਦਿੰਦਾ ਮੈਨੂੰ। ਉਹ ਬੱਚੀ ਉੱਠ ਕੇ ਰੋਂਦੀ ਹੋਈ ਜਦੋਂ ਦਰਵਾਜ਼ੇ ਤੱਕ ਗਈ, ਉਹਨੇ ਆਖਿਆ ਵੀ ਤੁਸੀਂ ਤਾਂ ਆਖਦੇ ਹੋ ਵੀ ਗੁਰੂ ਨਾਨਕ ਦੇ ਦਰ ਤੇ ਜਿਹੜਾ ਆਇਆ ਕਦੀ ਖਾਲੀ ਨਹੀਂ ਜਾਂਦਾ, ਪਰ ਅੱਜ ਮੈਂ ਖਾਲੀ ਜਾ ਰਹੀ ਹਾਂ। ਉਸੇ ਵੇਲੇ ਹਰੀ ਸਿੰਘ ਨਲਵੇ ਨੇ ਆਵਾਜ਼ ਮਾਰੀ, ਕਹਿਣ ਲੱਗੇ ਰੁਕ ਜਾ। ਸਰਦਾਰ ਹਰੀ ਸਿੰਘ ਨਲਵੇ ਨੇ ਉਸੇ ਵੇਲੇ ਉਸ ਜਵਾਨ ਬੱਚੀ ਨੂੰ ਮੱਥਾ ਟੇਕਿਆ। ਇਹ ਆਖਿਆ ਵੀ ਕਹਿਣ ਲੱਗੇ ਸਰਦਾਰ ਹਰੀ ਸਿੰਘ ਨਲਵੇ ਵਰਗਾ ਦੁਨੀਆ ਵਿੱਚ ਹੋਰ ਕੋਈ ਦੂਜਾ ਨਹੀਂ, ਸਰਦਾਰ ਹਰੀ ਸਿੰਘ ਨਲਵਾ ਹੀ ਏ। ਕਹਿਣ ਲੱਗੇ ਲੈ ਅੱਜ ਤੋਂ ਤੂੰ ਮੇਰੀ ਮਾਂ ਤੇ ਮੈਂ ਤੇਰਾ ਪੁੱਤਰ ਹਾਂ। ਤੈਨੂੰ ਮੇਰੇ ਵਰਗਾ ਪੁੱਤਰ ਚਾਹੀਦਾ ਨਾ, ਅੱਜ ਤੋਂ ਮੈਂ ਤੇਰਾ ਪੁੱਤਰ, ਤੂੰ ਮੇਰੀ ਮਾਂ ਏ। ਇਹੋ ਜਿਹਾ ਕਿਰਦਾਰ ਹੈ ਸਿੱਖਾਂ ਦਾ, ਇਹੋ ਜਿਹਾ ਕਿਰਦਾਰ ਕਲਗੀਧਰ ਪਾਤਸ਼ਾਹ ਜੀ ਨੇ ਦਿੱਤਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਉਹਨਾਂ ਪੰਜਾਂ ਨੂੰ ਆਖਿਆ ਵੀ ਭਾਈ ਅੱਜ ਤੋਂ ਬਾਅਦ ਤੁਸੀਂ ਪਰ ਇਸਤਰੀ ਦਾ ਸੰਗ ਨਹੀਂ ਕਰਨਾ। ਔਰ ਕੇਵਲ ਉਹਨਾਂ ਪੰਜਾਂ ਨੂੰ ਨਹੀਂ, ਹਰ ਇੱਕ ਸਿੱਖ ਨੂੰ ਮਹਾਰਾਜ ਨੇ ਹਦਾਇਤ ਕੀਤੀ ਵੀ ਮੇਰਾ ਸਿੱਖ ਉਹ ਹੈ। ਤਾਂ ਚਾਰ ਕੁਰੈਤਾਂ ਵਿੱਚੋਂ ਇੱਕ ਕੁਰੈਤ ਜਿਹੜੀ ਹੈ ਉਹ ਇਹ ਸੀ, ਜਿਹੜੀ ਅੱਜ ਸਮਾਜ ਦੇ ਵਿੱਚ ਬੜੀ ਭਿਆਨਕ ਬਿਮਾਰੀ ਹੈ, ਤੇ ਸਿੱਖ ਨੂੰ ਮਹਾਰਾਜ ਨੇ ਇਸ ਤੋਂ ਬਚਾ ਕੇ ਰੱਖਿਆ। ਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ, ਆਪਾਂ ਇਹੋ ਜਿਹੀ ਭੈੜੀ ਬਿਮਾਰੀ ਤੋਂ ਦੂਰ ਰਹੀਏ। ਅੱਜ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਹੈ ਭ੍ਰਮਤ ਹੋ ਜਾਂਦੀ, ਭਟਕ ਜਾਂਦੀ ਏ। ਸਾਡੇ ਸਮਾਜ ਵਿੱਚ ਇਹੋ ਜਿਹੀ ਭੈੜੀ ਅਸ਼ਲੀਲਤਾ ਪਰੋਸੀ ਜਾਂਦੀ ਏ, ਜਿਹਦੇ ਨਾਲ ਬੰਦੇ ਦੀ ਮਾਨਸਿਕ ਅਵਸਥਾ ਜਿਹੜੀ ਵਿਗੜ ਜਾਂਦੀ ਹੈ। ਸੋ ਅੱਜ ਲੋੜ ਹੈ ਆਪਣੇ ਬੱਚਿਆਂ ਨੂੰ ਇਹੋ ਜਿਹੇ ਮਹਾਨ ਯੋਧੇ ਸਰਦਾਰ ਹਰੀ ਸਿੰਘ ਵਰਗਿਆਂ ਦੀਆਂ ਗਾਥਾਵਾਂ ਸੁਣਾਈਏ, ਸਾਹਿਬਜ਼ਾਦਿਆਂ ਦੀਆਂ, ਗੁਰਸਿੱਖਾਂ ਦੀਆਂ, ਗੁਰੂ ਮਹਾਰਾਜ ਦਾ ਇਤਿਹਾਸ ਦੱਸੀਏ ਵੀ ਸਾਡਾ ਇਤਿਹਾਸ ਕਿੰਨਾ ਮਹਾਨ ਹੈ, ਵਿਰਸਾ ਕਿੰਨਾ ਮਹਾਨ ਹੈ, ਉਪਦੇਸ਼ ਕਿੰਨੇ ਮਹਾਨ ਨੇ। ਤਾਂ ਹੀ ਗੁਰੂ ਪਿਆਰ ਵਾਲਿਓ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ, ਬੱਚੇ ਨੇ ਭਾਵੇਂ ਬੱਚੀਆਂ ਨੇ, ਉਹਨਾਂ ਨੂੰ ਆਪਾਂ ਸਹੀ ਮਾਰਗ 'ਤੇ ਪਾ ਸਕਦੇ ਹਾਂ। ਕਿਉਂਕਿ ਮਾਣਮੱਤਾ ਇਤਿਹਾਸ ਜਿਹੜਾ ਉਹ ਸਾਨੂੰ ਸਿਖਾਉਂਦਾ ਹੈ ਕਿ ਆਪਾਂ ਕਿਵੇਂ ਆਪਣਾ ਜੀਵਨ ਸਵਾਰਨਾ ਹੈ, ਸੋਹਣਾ ਬਣਾਉਣਾ ਹੈ। ਮਹਾਰਾਜ ਕਿਰਪਾ ਕਰਨ। ਬਾਕੀ